ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮਿੱਠੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਰਾਗ ਬਿਲਾਵਲ ਦੇ ਵਿੱਚ 827 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਸਾਹਿਬ ਜੀ ਨੇ ਫਰਮਾਇਆ ਹੈ, ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪਦੇ। ਭਾਵ ਕਿ ਦੋ ਪਦਿਆਂ ਵਾਲਾ ਇਹ ਸ਼ਬਦ ਹੈ। ਘਰ ਅੱਠਵਾਂ, ਅੱਠਵੇਂ ਘਰ ਦੇ ਵਿੱਚ ਰਾਗ ਤੇ ਸੁਰ ਤੇ ਤਾਲ, ਇਹਨਾਂ ਦਾ ਸੁਮੇਲ ਕਰਕੇ ਰਬਾਬੀਆਂ ਨੂੰ, ਰਾਗੀਆਂ ਨੂੰ, ਗਾਇਨ ਕਰਨ ਵਾਲਿਆਂ ਨੂੰ ਕਹਿ ਰਹੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਉਹੀ ਦੁਨੀਆ ਨੂੰ ਬਣਾਉਣ ਵਾਲਾ, ਉਹੀ ਦੁਨੀਆ ਦੀ ਪ੍ਰਤਿਪਾਲਣਾ ਕਰਨ ਵਾਲਾ, ਉਹੀ ਦੁਨੀਆ ਨੂੰ ਮਿਟਾਉਣ ਵਾਲਾ। ਕਾਲ ਕੇ ਬਣਾਏ ਸਭੈ ਕਾਲ ਹੀ ਚਬਾਹੇਂਗੇ। ਬਣਾ ਕੇ ਢਾਉਣ ਵਾਲਾ ਉਹੀ ਆ। ਓੰਕਾਰ ਉਹਦਾ ਇੱਕ ਬੋਲ ਆ, ਜਿੱਤੋਂ ਸਾਰੀ ਕਾਇਨਾਤ ਬਣੀ ਆ, ਜਿੱਤੋਂ ਸਾਰਾ ਬ੍ਰਹਿਮੰਡ ਬਣਿਆ। ਸਤਿਗੁਰ ਪ੍ਰਸਾਦ। ਜੋ ਕੋਈ ਐਸੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਮਿਲਣ ਦੇ ਭਾਵ ਇਹ ਆ ਵੀ ਜੇ ਉਹਦੇ ਵਰਗਾ ਸੁਭਾਅ ਬਣਾਉਣਾ ਚਾਹੁੰਦਾ ਤਾਂ ਉਹ ਗੁਰੂ ਦੁਆਰਾ ਹੀ ਬਣਾਇਆ ਜਾ ਸਕਦਾ। ਜੇ ਕੋਈ ਚਾਹੁੰਦਾ ਹੈ ਮੇਰਾ ਸੁਭਾਅ ਵੀ ਨਿਰਮਲ ਹੋਵੇ, ਮੈਂ ਵੀ ਕੋਮਲ ਚਿੱਤ ਵਾਲਾ ਹੋਵਾਂ, ਮੇਰੇ 'ਚ ਵੀ ਤਰਸ ਹੋਵੇ, ਦਇਆ ਹੋਵੇ, ਮੈਂ ਵੀ ਹੋਸ਼ ਵਿੱਚ ਰਹਾਂ, ਮੇਰਾ ਕਿਸੇ ਨਾਲ ਵੈਰ ਨਾ ਰਹੇ, ਈਰਖਾ ਮੇਰੇ ਅੰਦਰੋਂ ਮੁੱਕੇ, ਮੈਨੂੰ ਗੁੱਸਾ ਨਾ ਆਵੇ, ਇਹ ਚੀਜ਼ਾਂ ਸਾਰੀਆਂ ਗੁਰੂ ਦੁਆਰਾ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਅੱਗੇ ਹੁਕਮਨਾਮੇ ਦੀ ਪਹਿਲੀ ਪੰਕਤੀ ਸ਼ੁਰੂ ਹੁੰਦੀ ਆ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਸਰੈਂਡਰ ਕੀਤਾ ਹੈ ਪਰਮਾਤਮਾ ਅੱਗੇ। ਕਹਿੰਦੇ ਨੇ, ਮੈਂ ਤਾਂ ਨਾ ਕੁਛ ਹਾਂ, ਜੋ ਹੈ ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲਜਾਈ ਜੀਓ। ਮੈਂ ਤਾਂ ਕੱਖ ਵੀ ਨਹੀਂ, ਜੋ ਹੈ ਉਹ ਤੂੰ ਹੀ ਆ। ਕਿਵੇਂ? ਗੁਰਬਾਣੀ ਦੀ ਇੱਕ ਬੜੀ ਸੁੰਦਰ ਪੰਕਤੀ ਆ, ਕਹਿੰਦੇ, ਦਾਤ ਜੋਤ ਸਭ ਸੂਰਤ ਤੇਰੀ। ਮਾਂ ਪਿਓ ਤੋਂ ਇਹ ਸਰੀਰ ਦੀ ਬਣਤਰ ਬਣੀ ਆ, ਪਰ ਵਿੱਚ ਰਹਿਣ ਵਾਲਾ ਜੀਵ ਜਿਹੜਾ ਹੈ, ਜਿਹਨੂੰ ਜੀਵ ਆਤਮਾ ਕਹਿੰਦੇ ਆ, ਉਹ ਪਰਮਾਤਮਾ ਤੋਂ ਆਈ ਆ। ਕਹੋ ਕਬੀਰ ਇਹ ਰਾਮ ਕੀ ਅੰਸ਼। ਕੱਲਾ ਸਰੀਰ ਦਾ ਲੁੱਥੜਾ, ਮਾਸ ਦਾ ਲੁੱਥੜਾ ਕੀ ਕਰੇਗਾ ਜੇ ਉਹਦੇ ਵਿੱਚ ਜਿੰਦ ਹੀ ਨਾ ਹੋਵੇ, ਜੇ ਉਹਦੇ ਵਿੱਚ ਜਾਨ ਨਾ ਹੋਵੇ, ਜਿੰਦ ਨਾ ਹੋਏ, ਫਿਰ ਇਕੱਲਾ ਕੀ ਕਰੇਗਾ। ਜਦੋਂ ਕਿਸੇ ਸਰੀਰ ਦੀ ਮੌਤ ਹੋ ਜਾਂਦੀ ਆ, ਸਰੀਰ ਕਰਕੇ ਕੋਈ ਮਰ ਜਾਂਦਾ ਹੈ, ਉਦੋਂ ਸਾਰਾ ਸਰੀਰ ਸਾਹਮਣੇ ਪਿਆ ਹੁੰਦਾ, ਲਾਸ਼, ਪਰ ਬੁਲਾਇਆ ਨਹੀਂ ਬੋਲਦਾ। ਧਰਮ ਰਾਏ ਨੇ ਜਦੋਂ ਜਮਦੂਤ ਘੱਲੇ, ਤੁਰਦੀ ਚਿੱਠੀ ਫੜਾਉਣਗੇ ਆਣ ਬੰਦੇ। ਉਹ ਖਾਲੀ ਪਿੰਜਰਾ ਖੜਕਦਾ ਰਹਿ ਜਾਣਾ, ਲਾ ਜਾਊਗਾ ਭੌਰ ਉਡਾਣ ਬੰਦੇ। ਤੇਰੀ ਸਾਂਝ ਪਰਿਵਾਰ ਨਾਲੋਂ ਮੁੱਕ ਜਾਣੀ, ਵਿੱਚ ਰਹੇ ਨਾ ਜਦੋਂ ਪ੍ਰਾਣ ਬੰਦੇ। ਸਾਰੇ ਤੱਕਣਗੇ ਤੈਨੂੰ, ਤੂੰ ਤੱਕਣਾ ਨਹੀਂ, ਪਿਆ ਹੋਏਗਾ ਲੰਮੀਆਂ ਤਾਣ ਬੰਦੇ। ਸਾਰੇ ਤੱਕ ਰਹੇ ਹੁੰਦੇ ਨੇ ਉਹਨੂੰ, ਪਰ ਉਹ ਨਹੀਂ ਤੱਕ ਰਿਹਾ ਹੁੰਦਾ, ਦੇਖ ਰਿਹਾ ਹੁੰਦਾ। ਭਾਵ ਕੀ ਸਾਰੇ ਤੱਕਣਗੇ ਤੈਨੂੰ, ਤੂੰ ਤੱਕਣਾ ਨਹੀਂ, ਪਿਆ ਹੋਏਗਾ ਲੰਮੀਆਂ ਤਾਣ ਬੰਦੇ। ਕਿਉਂਕਿ ਉਹਦੇ ਵਿੱਚ ਉਹ ਚੀਜ਼ ਨਹੀਂ ਰਹੀ ਜਿਹੜੀ ਉਹਨੂੰ ਚਲਾ ਰਹੀ ਸੀ, ਜਿਹਨੂੰ ਜੀਵ ਆਤਮਾ ਕਰਕੇ, ਇੰਦਰਲ ਬੋਡੀ ਕਰਕੇ ਕਹਿੰਦੇ ਨੇ। ਉਹ ਚਲੀ ਗਈ ਆ ਹੁਣ, ਉਹ ਵਿੱਚ ਨਹੀਂ ਰਿਹਾ ਰਹਿਣ ਵਾਲਾ ਪੰਛੀ। ਉੱਡ ਗਿਆ ਹੈ, ਉਡਾਰੀ ਮਾਰ ਗਿਆ ਹੈ,
चिरगट चार चटारा लै गयो, तरी तागरी छूटी। पिंजरा रह गया कल्ला खड़कदा, पंछी नहीं रहा विच, भाव की आत्मा नहीं रही। खाली पिंजरा खड़कदा रह जाना, ला जाऊगा भौर उड़ान बंदे। तो फिर पातशाह जी कहते ने वो चीज़ जिहड़ी बख्शी हुई आ मालक तेरी आ। तू सानू दिन नहीं पुछया भी किहड़े दिन असी धरती ते आईए, तू सानू घर नहीं पुछया भी किहड़े घरे असी जाना। जिस घरे तू भेज दिता उस घरे असी आ गए हाँ। जिहड़े माँ प्यो साडे लई चुन दिते वो सानू मन्नना पिया। इत्थों तक के जिहो जे नैण नक्श तू साडे बनाए वो असी प्रवान कीते आ। असी कह के नहीं बनाए भी साडियां अखां दा आकार इदां दा कर दे, नक दा आकार इदां दा कर दे। जो तू बनाया वो सानू मन्नना पिया। दात जोत सब सूरत तेरी, सब कुछ तेरा ही आ। पर बंदे दा की आ, बहुत सियाणप हौमै मेरी। बंदे ने मोहर लाई हुई आ ये चीज़ां मेरियां ने, हालांकि चीज़ां बनाईयां तू ने। कहंदे हुंदे ने माँ दे 9 महीने ਉਹਦੇ ਵਿੱਚ ਕਿਵੇਂ ਕਿਵੇਂ ਆਕਾਰ ਬਣਦੇ ਨੇ, ਕਿਵੇਂ ਕਿਵੇਂ ਘਾੜਤ ਘੜੀ ਜਾਂਦੀ ਆ। ਪਹਿਲਾਂ ਇੱਕ ਬਿੰਦ ਹੁੰਦਾ ਤੇ ਉਦੋਂ ਬਾਅਦ ਮਾਸ ਦਾ ਲੋਥੜਾ ਬਣਦਾ। ਖੂਨ ਤੇ ਬਿੰਦ ਦੇ ਸਮੇਲ ਤੋਂ ਹੌਲੀ 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 ਆਕਾਰ ਬਣਦੇ ਨੇ। ਇਹ ਕੌਣ ਕਰਦਾ ਸਭ? ਦਾਤ ਜੋਤ ਸਭ ਸੂਰਤ ਤੇਰੀ, ਤੂੰ ਹੀ ਘੜਦਾ ਹੈ। ਪਰ ਬਹੁਤ ਸਿਆਣਪ ਹਉਮੈ ਮੇਰੀ। ਪਰ ਬੰਦੇ ਨੇ ਮੋਹਰ ਲਾਈ ਹੋਈ ਆ ਉੱਪਰ ਵੀ ਇਹ ਚੀਜ਼ਾਂ ਮੇਰੀਆਂ ਨੇ। ਇਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਸਰੀਰ ਵੀ ਬੰਦੇ ਦਾ ਨਹੀਂ। ਮਹਾਂਪੁਰਸ਼ਾਂ ਨੂੰ ਪੜ੍ਹਿਆ ਸੀ, ਇੱਕ ਸੁੰਦਰ ਗੱਲ ਲਿਖੀ ਆ ਉਹਨਾਂ ਨੇ। ਕਹਿੰਦੇ ਜਿਹੜੀਆਂ ਚੀਜ਼ਾਂ ਛਾਤੀ ਨਾਲ ਘੁੱਟ ਕੇ ਲਾਈਆਂ ਨੇ ਉਹ ਨਹੀਂ ਰਹਿਣਗੀਆਂ। ਕਾਰਨ ਕੀ ਆ? ਛਾਤੀ ਨਹੀਂ ਰਹੇਗੀ। ਜਿਹੜੀਆਂ ਚੀਜ਼ਾਂ ਘੁੱਟ ਕੇ ਹੱਥ ਦੇ ਵਿੱਚ ਫੜੀਆਂ ਨੇ ਉਹ ਨਹੀਂ ਰਹਿਣਗੀਆਂ। ਕਾਰਨ ਹੱਥ ਨਹੀਂ ਰਹਿਣਗੇ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਇਨਸਾਨ ਦਾ ਸਰੀਰ ਵੀ ਨਹੀਂ ਆਪਦਾ ਇੱਥੇ, ਇਹ ਵੀ ਇੱਥੇ ਪਿਆ ਰਹਿ ਜਾਂਦਾ ਹੈ। ਧਰਮ ਰਾਏ ਨੇ ਜਦੋਂ ਜਮਦੂਤ ਘੱਲੇ ਤੁਰਦੀ ਚਿੱਠੀ ਫੜਾਉਣਗੇ ਆਣ ਬੰਦੇ। ਉਹ ਖਾਲੀ ਪਿੰਜਰਾ ਖੜਕਦਾ ਰਹਿ ਜਾਣਾ, ਲਾ ਜਾਊਗਾ ਭੌਰ ਉਡਾਣ ਬੰਦੇ। ਤੇਰੀ ਸਾਂਝ ਪਰਿਵਾਰ ਨਾਲ ਮੁੱਕ ਜਾਣੀ, ਵਿੱਚ ਰਹੇ ਨਾ ਜਦੋਂ ਪ੍ਰਾਣ ਬੰਦੇ। ਸਾਰੇ ਤੱਕਣਗੇ ਤੈਨੂੰ, ਤੂੰ ਤੱਕਣਾ ਨਹੀਂ, ਪਿਆ ਹੋਏਗਾ ਲੰਮੀਆਂ ਤਾਣ ਬੰਦੇ। ਭਾਈਚਾਰੇ ਨੇ ਕਰਵਾ ਦੇਣਾ ਜਾਂਦੀ ਵਾਰ ਦਾ ਤੈਨੂੰ ਇਸ਼ਨਾਨ ਬੰਦੇ। ਤੇਰੀ ਅਰਥੀ ਨੂੰ ਆਪਣੇ ਲਾ ਮੋਢੇ, ਤੈਨੂੰ ਵੱਲ ਸ਼ਮਸ਼ਾਨ ਲੈ ਜਾਣ ਬੰਦੇ। ਤੇਰੇ ਨਾਲ ਸੀ ਜਿਨ੍ਹਾਂ ਦਾ ਰੋਸ ਭਾਵੇਂ, ਅੱਜ ਅਥਰੂ ਕੇਰਦੇ ਜਾਣ ਬੰਦੇ। ਨਹੀਂ ਰਬਾਬੀ ਆ ਪਰਤ ਕੇ ਫੇਰ ਆਉਣਾ, ਛੱਡ ਜਾਏਗਾ ਜੱਗ ਜਹਾਨ ਬੰਦੇ। ਨਹੀਂ ਰਬਾਬੀ ਆ ਪਰਤ ਕੇ ਫੇਰ ਆਉਣਾ, ਛੱਡ ਜਾਏਗਾ ਜੱਗ ਜਹਾਨ ਬੰਦੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਮੈਂ ਨਾ ਕੁਛ ਹਾਂ, ਜੋ ਵੀ ਦਿਖ ਰਿਹਾ ਹੈ ਉਹ ਸਭ ਤੇਰਾ ਹੀ ਆ। ਈਗੈ ਨਿਰਗੁਣ ਊਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਕਿਤੇ ਤੂੰ ਨਿਰਗੁਣ ਰੂਪ ਦੇ ਵਿੱਚ ਹੈ, ਕਿਤੇ ਤੂੰ ਸਰਗੁਣ ਰੂਪ ਦੇ ਵਿੱਚ। ਕਿਤੇ ਦੁਨੀਆ ਤੋਂ ਪਰੇ ਆ, ਭਾਵ ਕਿ ਕਿਤੇ ਦੁਨੀਆ ਦੇ ਵਿੱਚ ਰਮਿਆ ਹੋਇਆ ਹੋਣ ਕਰਕੇ ਦੁਨੀਆ ਦੇ ਵਿੱਚ ਹੀ ਆ। ਇਹ ਸਭ ਤੇਰੇ ਕੇਲ ਨੇ। ਕੇਲ ਕਰਤ ਵਿੱਚ ਸੁਆਮੀ ਮੇਰਾ, ਇਹ ਸਭ ਤੇਰੀਆਂ ਖੇਡਾਂ ਹਨ। ਤੂੰ ਵਾਰ-ਵਾਰ ਇਹ ਚੀਜ਼ਾਂ ਨੂੰ ਬਣਾ ਕੇ, ਪਾਲ ਕੇ, ਮਿਟਾ ਕੇ ਢਾ ਦੇਣਾ। ਇਹ ਸਭ ਤੇਰੀ ਖੇਡ ਆ। ਨਗਰ ਮਹਿ ਆਪ ਬਾਹਰ ਫੁਨਾਪਨ, ਪ੍ਰਭ ਮੇਰੇ ਕੋ ਸਗਲ ਵਸੇਰਾ। ਤੂੰ ਹਰ ਇੱਕ ਨਗਰ ਦੇ ਵਿੱਚ ਰਹਿਣ ਵਾਲਾ, ਹਰ ਇੱਕ ਦੇਸ਼ ਦੇ ਵਿੱਚ ਰਹਿਣ ਵਾਲਾ, ਸਰਬਦੇਸੀ ਆ। ਤੂੰ ਇੱਥੇ ਵੀ ਹੈ ਜਿੱਥੇ ਅਸੀਂ ਬੈਠੇ ਹਾਂ।
ਵਿਦੇਸ਼ ਵੀ ਹੈ, ਜਿੱਥੇ ਫੋਰਨ ਕੰਟਰੀ ਦੇ ਲੋਕ ਰਹਿੰਦੇ ਨੇ, ਪਤਾਲ ਵਿੱਚ ਵੀ ਹਾਂ, ਆਕਾਸ਼ ਵਿੱਚ ਵੀ ਹੈ, ਤਾਰਿਆਂ ਦੇ ਵਿੱਚ ਵੀ ਟਿਮਟਿਮਾ ਰਿਹਾ ਹੈ, ਫੁੱਲਾਂ ਦੇ ਵਿੱਚ ਵੀ ਸੁਗੰਧੀ ਖਿੜਾ ਰਿਹਾ ਹੈ, ਸਮੁੰਦਰ ਦੇ ਵਿੱਚ ਮੱਛੀਆਂ ਦੇ ਸੰਗ ਵੀ ਤੂੰ ਹੀ ਹੈ, ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੇ ਨਾਲ ਵੀ ਤੂੰ ਹੈ, ਸਭ ਕੁਛ ਤੂੰ ਹੈ ਮੇਰੇ ਪਿਆਰੇ। ਪ੍ਰਭ ਮੇਰੇ ਕੋ ਸਗਲ ਬਸੇਰਾ। हे ਵਾਹਿਗੁਰੂ ਜੀ, ਮੇਰੇ ਸਾਹਿਬ ਜੀ, ਤੁਸੀਂ ਹਰ ਜਗ੍ਹਾ ਹੋ, ਮੈਂ ਹਰ ਜਗ੍ਹਾ ਨਹੀਂ ਹਾਂ। ਕੋਈ ਵੀ ਬੰਦਾ ਜਿੱਤਾ ਮਰਜੀ ਅਮੀਰ ਹੋਵੇ, ਧਨਾੜ ਹੋਵੇ, ਉਹ ਸਰਬਦੇਸੀ ਨਹੀਂ ਹੋ ਸਕਦਾ। ਪਰਮਾਤਮਾ ਦਾ ਗੁਣ ਹੀ ਇਹ ਆ ਕਿ ਉਹ ਸਰਬਦੇਸੀ ਆ, ਹਰ ਇੱਕ ਦੇਸ਼ ਦੇ ਵਿੱਚ ਉਹਦਾ ਵਾਸ ਹੈ। USA, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਜਿੰਨੀਆਂ ਵੀ ਕੰਟਰੀਆਂ ਨੇ, ਇੰਡੀਆ, ਪੰਜਾਬ, ਇੱਥੇ ਵੀ ਆ ਤੇ ਉੱਥੇ ਵੀ ਆ। ਅਸੀਂ ਜਿੱਥੇ ਹੁੰਨੇ ਆ ਉੱਥੇ ਹੀ ਹੋ ਸਕਦੇ ਆ। ਅਸੀਂ ਗੁਰਦੁਆਰੇ ਬੈਠੇ ਆ ਤਾਂ ਗੁਰਦੁਆਰੇ ਹੀ, ਅਸੀਂ ਘਰ 'ਚ ਨਹੀਂ ਹਾਂ। ਮੈਂ ਘਰ ਦੇ ਵਿੱਚ ਬੈਠਾ, ਘਰ ਦੇ ਵਿੱਚ ਹਾਂ, ਹੋਰ ਕਿਤੇ ਨਹੀਂ ਹੋ ਸਕਦਾ। ਪਰਮਾਤਮਾ ਜਿਹੜਾ ਹੈ, ਜਿੱਥੇ ਹੋ ਜਾਈ ਤੂੰ ਸਭਨੀ ਥਾਈ, ਜਿੱਥੇ ਮੈਂ ਜਾਣਾ ਤੂੰ ਹਰ ਜਗ੍ਹਾ ਹੀ ਹੁੰਨਾ। ਤੇਰੀ ਕੁਦਰਤ ਕੋ ਬਲ ਜਾਈ ਜਿਉ, ਕਿਉਂਕਿ ਤੂੰ ਕੁਦਰਤ ਵਿੱਚ ਵਸਿਆ ਤੇ ਕੁਦਰਤ ਹਰ ਜਗ੍ਹਾ ਹੀ ਹੁੰਦੀ ਆ। ਅਸਮਾਨ ਹਰ ਜਗ੍ਹਾ ਹੈ, ਜ਼ਮੀਨ ਹਰ ਜਗ੍ਹਾ ਹੈ। ਇਸ ਪ੍ਰਕਾਰ ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ। ਤੂੰ ਆਪ ਹੀ ਰਾਜਾ ਹੈ ਤੇ ਆਪ ਹੀ ਤੂੰ ਰੰਕ ਹੈ। ਆਪ ਕੀ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਅਮੀਰ ਹੋਣਾ ਇਹ ਵੀ ਤੇਰਾ ਇੱਕ ਚੋਜ ਆ, ਗਰੀਬ ਹੋਣਾ ਇਹ ਵੀ ਤੇਰਾ ਇੱਕ ਚੋਜ ਹੈ, ਤਮਾਸ਼ਾ ਹੈ। ਕਹਿ ਕਹਿ ਠਾਕੁਰ ਕਹਿ ਕਹਿ ਚੇਰਾ। ਹਰ ਜਗ੍ਹਾ ਤੂੰ ਹੀ ਹੈ, ਤੂੰ ਹੀ ਹੈ। ਕਿਤੇ ਤੂੰ ਦਾਤੇ ਅਮੀਰ ਬਣਾ ਦਿੰਨਾ, ਉਹਨਾਂ 'ਚ ਵਸਿਆ ਹੋਇਆ। ਕਿਤੇ ਤੂੰ ਬਹੁਤ ਨੀਵੇਂ ਅਤ ਦਰਜੇ ਦੇ ਗਰੀਬ ਬਣਾ ਦਿੰਨਾ, ਉਹਨਾਂ 'ਚ ਤੂੰ ਰਮਿਆ ਹੋਇਆ। ਇੱਕ ਦਾਤੇ ਅਮੀਰ ਲੋਕ, ਇੱਕ ਭਿਖਾਰੀ, ਇੱਕ ਮੰਗਤੇ, ਸਭ ਤੇਰੇ ਚੋਜ ਵਡਾਣਾ, ਸਭ ਤੇਰੇ ਚੋਜ ਨੇ। ਇਹ ਸਭ ਤਾਂ ਬਣਾਇਆ ਪਰਮੇਸ਼ਰ ਨੇ, ਜੇ ਸਾਰੀ ਦੌਲਤ ਸਾਰਿਆਂ ਵਿੱਚ ਬਰਾਬਰ ਵੰਡ ਦਿੱਤੀ ਜਾਏ। ਕੰਮ ਕੌਣ ਕਰੇਗਾ, ਕਿਉਂ ਕਰੇਗਾ? ਕਹਿੰਦੇ ਜੇ ਦੁਨੀਆ ਦੀ ਸਾਰੀ ਦੌਲਤ, ਸਾਰਾ ਪੈਸਾ ਸਾਰੇ ਬੰਦਿਆਂ 'ਚ ਬਰਾਬਰ 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 ਵੰਡਤਾ ਜਾਏ, ਕੰਮ ਕੌਣ ਕਰੇਗਾ, ਕਿਉਂ ਕਰੇਗਾ? ਸਾਰੇ ਅਮੀਰ ਨੇ, ਇੱਕੋ ਜਿਹੇ ਨੇ ਸਾਰੇ। ਪਰ ਇੱਥੇ ਪਾਤਸ਼ਾਹ ਜੀ ਨੇ ਸੰਤੁਲਨ ਬਣਾਇਆ, ਇੱਕ ਬੈਲੈਂਸ। ਕੁਝ ਅਮੀਰ ਲੋਕ ਬਣਾ ਦਿੱਤੇ, ਕੁਝ ਗਰੀਬ ਬਣਾ ਦਿੱਤੇ। ਕਾਰਨ ਜਿਹਦੇ ਕਰਕੇ ਖੋਜਾਂ ਹੋਈਆਂ ਨੇ, ਜਿਹਦੇ ਕਰਕੇ ਤਰੱਕੀ ਹੋਈ, ਜਿਹਦੇ ਕਰਕੇ ਵਿਕਾਸ ਹੋਇਆ। ਜੇ ਸਾਰੇ ਹੀ ਇੱਕੋ ਜਿਹੇ ਅਮੀਰ ਹੁੰਦੇ, ਕੰਮ ਕਿਹਨੇ ਕਰਨਾ ਸੀ? ਉਹਨਾਂ ਆਖਣਾ ਸੀ ਤੂੰ ਕਰ, ਉਹਨਾਂ ਆਖਣਾ ਸੀ ਤੂੰ ਕਰ, ਇੱਕ ਦੂਜੇ ਨੂੰ ਕਹਿਣਾ ਸੀ। ਇੱਥੇ ਗੁਰੂ ਮਹਾਰਾਜ ਨੇ ਜੋ ਕੀਤਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਗੁਰੂ ਨਾਨਕ ਦੀ ਇੰਨੀ ਬਾਣੀ ਸੋਹਣੀ ਆ, ਇਹਦਾ ਵਿੱਚ ਬਾ ਕਮਾਲ ਗੱਲਾਂ ਲਿਖੀਆਂ ਨੇ। ਇਸ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਵਿੱਚ ਕਰਾਮਾਤ ਸ਼ਬਦ ਦੀ ਹੈ ਤੇ ਜਾਦੂ ਰਬਾਬ ਦਾ ਹੈ। ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਕਿ ਪਰਮਾਤਮਾ ਵੱਲੋਂ ਬਾਣੀ ਨਾਜ਼ਲ ਹੋਈ ਆ, ਮੈਂ ਗਾਉਣੀ ਚਾਹੁੰਦਾ, ਤੁਸੀਂ ਸੰਗੀਤ ਦੀ ਧੁਨ ਦੇਵੋ ਨਾਲ, ਇਹ ਰੱਬੀ ਸੰਗੀਤ ਵਿੱਚ ਪ੍ਰਗਟ ਕਰਨੀ। ਇਹ ਸਭ ਮਾਲਕ ਦੇ ਚੋਜ ਹਨ। ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ। ਪਰ ਕਈ ਵਾਰ ਇਵੇਂ ਹੋ ਜਾਂਦਾ, ਅਸੀਂ ਗੁਰੂ ਤੋਂ ਲੈ ਨਹੀਂ ਪਾਉਂਦੇ ਕੁਝ। ਗੁਰੂ ਬਹੁਤ ਦੇਣਾ ਚਾਹੁੰਦਾ ਹੈ,
ਬਹੁਤ ਵੰਡਣਾ ਚਾਹੁੰਦਾ, ਪਰ ਅਸੀਂ ਲੈ ਨਹੀਂ ਪਾਉਂਦੇ। ਸਾਖੀ ਆਉਂਦੀ ਐਵੇਂ ਬੜੀ ਪਿਆਰੀ ਆ। ਇੱਕ ਮਹਾਂਪੁਰਸ਼ ਸਨ ਤੇ ਤੁਰੇ ਜਾ ਰਹੇ ਸਨ। ਇੱਕ ਨੌਜਵਾਨ ਸੀ, ਉਹ ਨਦੀ ਦੇ ਕਿਨਾਰੇ ਖੜਾ ਹੈ। ਉਹਦਾ ਚਿਹਰਾ ਦੱਸਦਾ ਵੀ ਪਿਆਸਾ ਉਹ, ਕਿਉਂਕਿ ਬੰਦੇ ਦਾ ਚਿਹਰਾ ਦੱਸ ਦਿੰਦਾ ਵੀ ਅੱਜ ਖੁਸ਼ ਹੈ, ਉਦਾਸ ਹੈ, ਬਿਰਹਾ ਦੇ ਵਿੱਚ ਖਿੜਿਆ ਹੋਇਆ ਕਿਵੇਂ ਆ। ਚਿਹਰਾ ਬੰਦੇ ਦਾ, ਅੱਖਾਂ ਬੰਦੇ ਦੀਆਂ ਬੜਾ ਕੁਝ ਦੱਸ ਦਿੰਦੀਆਂ ਨੇ, ਨਾ ਕਹਿੰਦੀਆਂ ਹੋਇਆਂ ਵੀ ਬੜਾ ਕੁਝ ਕਹਿ ਜਾਂਦੀਆਂ ਨੇ। ਅੱਖਾਂ ਇਹੋ ਜਿਹੀ ਚੀਜ਼ ਨੇ। ਮਹਾਂਪੁਰਸ਼ਾਂ ਨੇ ਪਛਾਣਿਆ, ਕਹਿੰਦੇ ਗਮਗੀਨ ਲੱਗਦਾ। ਕਾਰਨ ਕਹਿੰਦਾ ਜੀ ਮੈਂ ਪਿਆਸਾ ਹਾਂ, ਪਿਆਸ ਲੱਗੀ ਮੈਨੂੰ ਪਾਣੀ ਦੀ। ਮਹਾਂਪੁਰਸ਼ ਹੈਰਾਨ ਹੋ ਕੇ ਕਹਿਣ ਲੱਗੇ, ਕਹਿੰਦੇ ਨਦੀ ਦਾ ਜਲ ਨਿਰਮਲ ਵਗ ਰਿਹਾ, ਝੁੱਕ ਕੇ ਪੀ ਕਿਉਂ ਨਹੀਂ ਲੈਂਦਾ? ਕਹਿੰਦੇ ਇਹੀ ਮੇਰੀ ਅੜਚਣ ਆ, ਬਸ ਇਹੀ ਮੇਰੀ ਸਮੱਸਿਆ, ਝੁਕਣਾ ਮੈਂ ਕਦੇ ਸਿੱਖਿਆ ਨਹੀਂ। ਤਾਂ ਮਹਾਂਪੁਰਸ਼ ਕਹਿੰਦੇ ਝੁਕਣਾ ਤਾਂ ਪਊਗਾ। ਨਦੀ ਵਗ ਰਹੀ ਆ, ਪਾਣੀ ਵਹਿ ਰਿਹਾ ਹੈ, ਜੇ ਤੂੰ ਪਿਆਸਾਂ ਤੇ ਝੁੱਕ ਕੇ ਪਾਣੀ ਪੀ ਲਾ। ਕਹਿੰਦੇ ਮੈਂ ਝੁਕ ਨਹੀਂ ਸਕਦਾ, ਇਹੀ ਮੇਰੀ ਸਮੱਸਿਆ, ਮੈਂ ਪਿਆਸਾ ਤਾਂ ਰਹਿ ਜਾਊਂਗਾ। ਬੰਦੇ ਦੀ ਸਮੱਸਿਆ ਵੀ ਇਹੀ ਆ, ਇਨਸਾਨ ਦੀ ਦਿੱਕਤ ਵੀ ਇਹੀ ਆ ਕਿ ਇਹਨੂੰ ਝੁਕਣਾ ਨਹੀਂ ਆਉਂਦਾ। ਮੈਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ, ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਧਰਤਾ ਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਤੱਕੜੀ ਦੇ ਦੋ ਪੱਲੇ ਹੁੰਦੇ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੋ ਪਾਸੇ ਹੁੰਦੇ ਨੇ। ਭਾਵ ਕੀ, ਜਿਹੜੇ ਪਾਸੇ ਵਿੱਚ, ਜਿਹੜੇ ਪੱਲੜੇ ਵਿੱਚ ਕੁਝ ਹੁੰਦਾ ਭਾਰ, ਕੋਈ ਵੀ ਚੀਜ਼, ਉਹ ਨੀਵਾਂ ਹੋ ਜਾਏਗਾ। ਜਿਹੜੇ ਵਿੱਚ ਕੁਝ ਨਹੀਂ, ਉਹ ਉੱਚਾ ਹੋ ਜਾਏਗਾ। ਉਹ ਬੰਦੇ ਨੀਵੇਂ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਸਲ 'ਚ ਗੁਣ ਹੁੰਦੇ ਨੇ। ਧਰਤਾ ਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਉਹ ਬੰਦੇ ਅਸਲ ਵਿੱਚ ਨੀਵੇਂ ਹੁੰਦੇ ਨੇ ਜਿਨ੍ਹਾਂ 'ਚ ਗੁਣ ਹੁੰਦੇ ਨੇ। ਉਹ ਬੰਦੇ ਬਹੁਤ ਉੱਚੇ ਆਪਣੇ ਆਪ ਨੂੰ ਦਿਖਾਉਂਦੇ ਨੇ ਜੋ ਸੱਖਣੇ ਹੁੰਦੇ ਨੇ, ਜੋ ਖਾਲੀ ਹੁੰਦੇ ਨੇ ਅੰਦਰੋਂ। ਇੱਕ ਪੁਸਤਕ ਪੜ੍ਹੀ ਸੀ, ਵਾਰ-ਵਾਰ ਉਹਦਾ ਜ਼ਿਕਰ ਕਰਦੇ ਹਾਂ ਵੀ ਤੁਸੀਂ ਖਰੀਦੋ ਤੇ ਉਹਨੂੰ ਲੈ ਕੇ ਪੜ੍ਹੋ। ਨਾਮ ਉਹਦਾ ਮਾਲਾ ਮਣ ਕੇ। ਤਕਰੀਬਨ 250 ਰੁਪਏ ਦੀ ਤੁਹਾਨੂੰ ਇਹ ਮਿਲ ਜੇਗੀ ਜੇ ਤੁਸੀਂ ਪੜ੍ਹਨੀ ਹੋਵੇ, ਪਰ ਤੁਹਾਡੇ ਪੜ੍ਹਨ ਵਾਲੀ ਕਿਤਾਬ ਆ ਸਾਰਿਆਂ ਦੇ। ਉਹਦੇ ਵਿੱਚ ਇੱਕ ਬੜੀ ਸੁੰਦਰ ਗੱਲ ਲਿਖੀ, ਕਹਿੰਦੇ ਰੇਲ ਗੱਡੀ ਹੁੰਦੀ ਆ, ਉਹਦੇ ਡੱਬੇ ਹੁੰਦੇ ਨੇ, ਜਿਹੜੇ ਤਾਂ ਹੁੰਦੇ ਆ ਭਰੇ, ਉਹ ਖੜਕਾ ਨਹੀਂ ਕਰਦੇ, ਉਹ ਸ਼ਾਂਤ ਤਰੀਕੇ ਨਾਲ ਲੰਘ ਜਾਂਦੇ ਨੇ। ਮਾਲ ਗੱਡੀ ਦੇ ਜਿਹੜੇ ਡੱਬੇ ਖਾਲੀ ਹੁੰਦੇ ਨੇ, ਉਹ ਬੜਾ ਹੀ ਖੜਕਾ ਕਰਦੇ ਨੇ, ਬੜਾ ਹੀ ਖੜਕਾ ਕਰਦੇ ਨੇ। ਉਹ ਬੰਦੇ ਜਿਹੜੇ ਅੰਦਰੋਂ ਸੱਖਣੇ ਹੁੰਦੇ ਨੇ, ਗੁਣਾਂ ਤੋਂ ਵਿਹੂਣੇ ਹੁੰਦੇ ਨੇ, ਉਹ ਬਹੁਤ ਰੌਲਾ ਰੱਪਾ ਪਾਉਂਦੇ ਨੇ ਧਰਤੀ ਤੇ ਆ ਕੇ। ਜਿਹੜੇ ਗੁਣਾਂ ਦੇ ਨਾਲ ਭਰੇ ਹੁੰਦੇ ਨੇ, ਚੁੱਪਚਾਪ ਸ਼ਾਂਤ ਲਹਿਜੇ ਤਰੀਕੇ ਨਾਲ ਉਹ ਲੰਘ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਬੜੀ ਸ਼ਾਂਤ ਹੁੰਦੀ ਹੈ, ਸਕੂਨ ਭਰੀ ਹੁੰਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰੂ ਅਰਜਨ ਦੇਵ ਜੀ ਦੇਖੋ, ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। ਬੰਦਾ ਬਹੁਤ ਚਲਾਕ ਹੈ। ਮੈਂ ਮਹਾਂਪੁਰਸ਼ਾਂ ਦੀ ਇੱਕ ਬੁੱਕ ਪੜ੍ਹੀ ਸੀ, ਕਹਿੰਦੇ ਇਹ ਤੋਂ ਪੁੱਛੋ ਸਾਰੀ ਧਰਤੀ ਕਿਹਨੇ ਬਣਾਈ ਆ? ਕਹੇਗਾ ਰੱਬ ਨੇ। ਤੈਨੂੰ ਪੁੱਛੋ ਘਰ ਕਿਹਦਾ? ਇਹ ਕਹੂਗਾ ਮੇਰਾ। ਪਲਾਟ ਕਿਹਦਾ? ਇਹ ਕਹੂਗਾ ਮੇਰਾ। ਸਾਰੀ ਧਰਤੀ ਬਣਾਈ ਆ ਰੱਬ ਨੇ, ਤੇ ਤੇਰਾ ਜਿਹੜਾ ਮਕਾਨ ਆ, ਤੇਰਾ ਜਿਹੜਾ ਪਲਾਟ ਆ, ਕੋਈ ਵੀ ਚੀਜ਼ ਆ, ਜ਼ਮੀਨ ਆ, ਵੀ ਉਹ ਦੁਨੀਆ ਤੋਂ ਬਾਹਰ ਬਣੀ ਹੋਈ ਕਿਤੇ। ਇਹੀ ਬੰਦੇ ਦੀ ਹਉਮੈ ਹੈ, ਇਹੀ ਇਨਸਾਨ ਦੀ ਹਉਮੈ। ਇਹ ਨਹੀਂ ਕਹਿੰਦਾ ਗੁਰੂ ਸਭ ਤੇਰਾ ਹੀ ਆ। ਬਿਲਕੁਲ ਬਸ ਇਹੀ ਗੱਲਾਂ ਆਉਣੀਆਂ ਨੇ ਵਾਰ-ਵਾਰ, ਉਹੀ ਚੀਜ਼ਾਂ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਸਾਰਾ ਕੁਝ ਤੇਰਾ ਹੀ ਆ, ਮੇਰਾ ਕੁਝ ਨਹੀਂ। ਕਿਵੇਂ ਸਾਰਾ ਕੁਝ ਤੇਰਾ ਹੀ ਆ? ਆਓ ਇਹਨੂੰ ਆਪਾਂ ਹੋਰ ਵਿਸਥਾਰ ਦੇ ਨਾਲ, ਹੋਰ ਖੋਲ ਕੇ ਵਿਚਾਰ ਕਰੀਏ। ਮਾਂ ਪਿਓ ਦੇ ਸੰਜੋਗ ਤੋਂ ਬੱਚੇ ਦਾ ਜਨਮ ਹੁੰਦਾ, ਸਾਰੇ ਜਾਣਦੇ ਨੇ। ਮਾਤ ਪਿਤਾ ਸੰਜੋਗ ਉਪਾਏ, ਰਖਤ
ਬਿੰਦ ਮਿਲ ਪਿੰਡ ਕਰੇ। ਪਿੰਡ ਕਹਿੰਦੇ ਨੇ ਸਰੀਰ ਨੂੰ। ਖੂਨ ਤੇ ਬਿੰਦ ਦੇ ਸਮੇਲ ਤੋਂ ਇਨਸਾਨ ਦੀ ਘਾੜਤ ਘੜੀ ਜਾਂਦੀ ਆ। ਮਾਂ ਜੋ ਖਾਂਦੀ ਆ 9 ਮਹੀਨੇ, ਉਹਦੇ ਨਾਲ ਬੱਚੇ ਦਾ ਤਨ ਬਣਦਾ, ਸਾਰੇ ਜਾਣਦੇ ਨੇ, ਪਰ ਬਣਾਉਂਦਾ ਕੌਣ ਆ? ਮਾਂ ਤਾਂ ਭੋਜਨ ਦੀ ਰੋਟੀ ਮੂੰਹ 'ਚ ਪਾਉਂਦੀ ਆ, ਇੰਨਾ ਕੁ ਕੰਮ ਕਰਦੀ। ਅੱਗੇ ਅੰਗ ਕਿਵੇਂ ਬਣਦੇ ਨੇ, ਕੌਣ ਬਣਾਉਂਦਾ? ਪੇਟ ਦੇ ਵਿੱਚ ਅਗਨੀ ਬਹੁਤ ਹੁੰਦੀ ਆ, ਪੇਟ ਦੇ ਵਿੱਚ ਆਪਣੇ ਅੱਗ ਹੁੰਦੀ ਆ ਜਿਹੜੀ ਰੋਟੀ ਪਚਾਉਂਦੀ ਆ। ਉਹ ਅਗਨੀ ਦੇ ਵਿੱਚ ਰੱਖਿਆ ਕੌਣ ਕਰਦਾ? ਉੱਥੇ ਆਮ ਆਪਾਂ ਸੇਕ ਦੇ ਬਹੁਤਾ ਨੇੜੇ ਜਾਈਏ ਤੇ ਜਾਇਆ ਨਹੀਂ ਜਾਂਦਾ, ਅੱਗ ਨੂੰ ਹੱਥ ਲਾਈਏ ਲੱਗਦਾ ਹੀ ਨਹੀਂ। ਸੇਕ ਦੇ ਨੇੜੇ ਨਹੀਂ ਜਾਇਆ ਜਾਂਦਾ ਕਿਉਂਕਿ ਸਾਰੇ ਗੁਰੂ ਅਰਜਨ ਦੇਵ ਜੀ ਨਹੀਂ ਨਾ ਹੈਗੇ, ਸੇਕ ਦੇ ਨੇੜੇ ਨਹੀਂ ਜਾਇਆ ਜਾਂਦਾ। ਉੱਥੇ ਕਿਵੇਂ ਰੱਖ ਰਿਹਾ ਆਪਾਂ ਨੂੰ? ਕੌਣ ਮਾਲਕ ਰੱਖ ਰਿਹਾ? ਬੰਦਾ ਨਹੀਂ ਰਹਿ ਰਿਹਾ। ਫਿਰ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਇੱਥੇ ਆ ਕੇ ਚੀਜ਼ ਮੁੱਕ ਜਾਂਦੀ ਹੈ ਸਾਰੀ। ਵਿੱਚੋਂ ਗਰਭੈ ਨਿਕਲ ਆਇਆ, ਮਾਂ ਦੇ ਗਰਭ ਤੋਂ ਬਾਹਰ ਆ ਗਿਆ ਬੱਚਾ, ਤੇ ਖਸਮ ਵਿਸਾਰ। ਖਸਮ ਦੇ ਅਰਥ ਨੇ ਪਰਮਾਤਮਾ। ਜਿੰਨੀ ਵਾਰ ਵੀ ਗੁਰਬਾਣੀ ਵਿੱਚ ਖਸਮ ਸ਼ਬਦ ਆਵੇਗਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹਦੇ ਅਰਥ ਨੇ ਪਰਮਾਤਮਾ, ਪਤੀ। ਕਿਉਂਕਿ ਬਾਣੀ ਵਿੱਚ ਨਾ ਸਾਨੂੰ ਉਹਨਾਂ ਆਖਿਆ ਜੀਵ ਇਸਤਰੀਆਂ, ਪਰਮਾਤਮਾ ਨੂੰ ਕਿਹਾ ਗਿਆ ਪਤੀ। ਉਹ ਸੁਹਾਗਣਾ, ਅਸਲ ਸੁਹਾਗਣਾ ਨੇ ਜਿਨ੍ਹਾਂ ਨੇ ਰੱਬ ਨਾਲ ਵਿਆਹ ਕੀਤਾ। ਉਹ ਸੁਹਾਗਣਾ, ਅਸਲ ਸੁਹਾਗਣਾ ਨੇ ਜਿਨ੍ਹਾਂ ਨੇ ਰੱਬ ਨਾਲ ਵਿਆਹ ਕੀਤਾ। ਕਹੋ ਕਬੀਰ ਹਮ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਸੁਰ ਨਰ ਮੁਨਜਨ ਕੋ ਕੇਤਕ ਆਏ ਤੇ 30 ਕੋਟ ਉਜਾਨਾ। ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੇਰਾ ਵਿਆਹ ਹੋਇਆ ਨਾ, ਕਿਹਦੇ ਨਾਲ ਕਹਿ ਰਹੇ ਨੇ? ਮਾਤਾ ਲੋਈ ਜੀ ਨਾਲ ਨਹੀਂ ਕਹਿ ਰਹੇ। ਕਹੋ ਕਬੀਰ ਹਮ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਕਹਿੰਦੇ ਜਦੋਂ ਮੈਂ ਰੱਬ ਨਾਲ ਵਿਆਹਿਆ ਗਿਆ, ਉਦੋਂ ਇਹ ਕੌਤਕ ਸੁਰ ਨਰ ਮੁਨ ਜਨ ਕੇਤਕ ਆਏ, ਕੋਟ ਤੇ 30 ਉਜਾਨਾ। ਬਹੁਤ ਸਾਰੇ ਦੇਵਤੇ, ਚੰਗੀਆਂ ਰੂਹਾਂ ਭਾਗ ਕੀ ਇਹ ਦੇਖਣ ਆਈਆਂ ਸੀ। ਇਹ ਬਰਾਤ ਦੁਲਹਾ ਦੁਲਹਨ ਮਿਲ ਗਏ, ਫੀਕੀ ਪੜੀ ਬਰਾਤ। ਲਿਖਾ ਲਿਖੀ ਕੀ ਹੈ ਨਹੀਂ, ਦੇਖਾ ਦੇਖੀ ਬਾਤ। ਕਬੀਰ ਸਾਹਿਬ ਦਾ ਇੱਕ ਗ੍ਰੰਥ ਆ, ਇੱਕ ਤਾਂ ਇਹ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਇੱਕਾ ਬੀਜਕ ਗ੍ਰੰਥ ਉਹਨਾਂ ਦਾ ਹਿੰਦੀ ਦੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ। ਉਹਦੇ ਵਿੱਚ ਲਿਖਿਆ ਲਿਖਾ ਲਿਖੀ ਕੀ ਹੈ ਨਹੀਂ, ਦੇਖਾ ਦੇਖੀ ਬਾਤ। ਦੁਲਹਾ ਦੁਲਹਨ ਮਿਲ ਗਏ, ਫੀਕੀ ਬੜੀ ਬਰਾਤ। ਕਹਿੰਦੇ ਬਰਾਤ ਦੀ ਅਹਿਮੀਅਤ ਨਾ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਲਾੜਾ ਲਾੜੀ, ਦੁਲਹਾ ਦੁਲਹਨ, ਬੱਚਾ ਬੱਚੀ ਮਿਲ ਨਹੀਂ ਜਾਂਦੇ। ਉਹਨਾਂ ਦੇ ਮਿਲਦਿਆਂ ਸਾਰ ਤਾਂ ਬਰਾਤ ਫਿੱਕੀ ਪੈ ਜਾਂਦੀ ਹੈ। ਕਹਿਣਾ ਕੀ ਚਾਹੁੰਦੇ ਨੇ ਕਬੀਰ ਸਾਹਿਬ ਜੀ? ਤੁਸੀਂ ਆਖੋਗੇ ਸੰਸਾਰ ਦੀ ਅਹਿਮੀਅਤ ਉਦੋਂ ਤੱਕ ਆ ਤੁਹਾਡੀ ਨਿਗਾਹ ਦੇ ਵਿੱਚ ਜਦੋਂ ਤੱਕ ਪਰਮਾਤਮਾ ਦੀ ਸਮਝ ਨਹੀਂ ਪੈਂਦੀ ਤੁਹਾਨੂੰ, ਉਹਦੇ ਨਾਲ ਵਸਲ ਨਹੀਂ ਹੁੰਦਾ, ਉਹਦੇ ਨਾਲ ਮਿਲਾਪ ਨਹੀਂ ਹੁੰਦਾ। ਪਰਮਾਤਮਾ ਦੀ ਜਦੋਂ ਤੁਹਾਨੂੰ ਅਹਿਮੀਅਤ ਪਤਾ ਲੱਗੇਗੀ, ਜਿਸ ਦਿਨ ਬਰਾਤ ਫਿੱਕੀ ਪੈ ਜਾਏਗੀ। ਤੁਹਾਨੂੰ ਅਹਿਮੀਅਤ ਜਿਸ ਦਿਨ ਪਤਾ ਲੱਗੇਗੀ ਲਾੜੇ ਦੀ, ਪਰਮਾਤਮਾ ਦੀ, ਜਿਹਦੇ ਨਾਲ ਤੁਸੀਂ ਵਿਆਹ ਕਰਾਉਣ ਆਏ ਹੋ ਇੱਥੇ ਦੁਨੀਆ 'ਚ, ਸੁਹਾਗਣ ਬਣਨ ਆਏ ਹੋ, ਜਿਹਦੇ ਵਾਸਤੇ ਉਹ ਬਾਣਾ ਵੀ ਤਿਆਰ ਆ, ਉਹ ਕੱਪੜੇ ਵੀ ਤਿਆਰ ਆ, ਕਲੀਰੇ ਵੀ ਤਿਆਰ ਨੇ, ਜੋੜਾ ਵੀ ਤਿਆਰ ਆ, ਸੁਹਾਗ ਦਾ ਚੂੜਾ ਵੀ ਤਿਆਰ ਆ। ਉਹ ਕਿਹੜੇ ਨੇ? ਉਹ 5 ਕੱਕੇ ਹਨ। 5 ਕੱਕੇ ਹਨ। ਉਹ ਜਿਵੇਂ ਵਿਆਹ ਕਰਾਉਣ ਤੋਂ ਪਹਿਲਾਂ ਦੁਲਹਨ ਸਜਦੀ ਆ, ਕਲੀਰੇ ਬੰਨ੍ਹਦੀ ਆ, ਚੂੜਾ ਪਹਿਨਦੀ ਆ, ਉਹ ਦੁਨਿਆਵੀ ਵਿਆਹ ਹੈ। ਉਹਨੂੰ ਮਹਾਰਾਜ ਨੇ ਅਹਿਮੀਅਤ ਦਿੱਤੀ ਆ ਕਿ ਪਤੀ ਪਤਨੀ ਦਾ ਇੱਕ ਜ਼ਿੰਦਗੀ 'ਚ ਰਹਿਣਾ ਬੜਾ ਜ਼ਰੂਰੀ ਹੈ। ਪਰ ਮੈਂ ਅਧਿਆਤਮ ਸਪਿਰਿਚੁਅਲ ਗੱਲ ਕਰ ਰਿਹਾ ਹਾਂ, ਅਧਿਆਤਮ ਜ਼ਿੰਦਗੀ ਦੀ। ਉਹਦੇ ਲਈ ਵੀ ਇੱਕ ਸੁਹਾਗ ਦਾ ਜੋੜਾ ਹੈ, ਚੂੜਾ ਹੈ। ਚੂੜਾ ਕਿਹੜਾ ਹੈ? ਕੜਾ ਹੈ। ਜੋੜਾ ਕਿਹੜਾ ਹੈ? ਸਿੱਖੀ ਵਾਲਾ ਬਾਣਾ ਹੈ। ਕਲੀਰੇ ਕਿਹੜੇ ਹਨ?
ਸੰਤੋਖ, ਦਇਆ, ਧਰਮ, ਬੰਦੇ ਦੇ ਅੰਦਰ ਤਰਸ ਹੋਣਾ ਕਿਸੇ ਪ੍ਰਤੀ, ਇਹ ਸਾਰੇ ਸੁਹਾਗ ਦੇ ਚਿੰਨ੍ਹ ਹਨ। ਗੁਰੂ ਮਹਾਰਾਜ ਕਹਿੰਦੇ ਉਹ ਸੁਹਾਗਣਾ ਜਿਹੜੀਆਂ ਵਿਆਹੀਆਂ ਗਈਆਂ ਨੇ ਪਰ ਰੱਬ ਨੂੰ ਯਾਦ ਨਹੀਂ ਰੱਖਦੀਆਂ, ਉਹ ਉੱਜੜ ਗਈਆਂ ਨੇ। ਉੱਜੜਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਕੋਲ ਪੈਸੇ ਨਹੀਂ ਹੈਗੇ ਜਾਂ ਉਹ ਘਰ ਦੇ ਵਿੱਚ ਨਹੀਂ ਰਹਿੰਦੀਆਂ, ਕੋਠੀ 'ਚ ਨਹੀਂ ਰਹਿੰਦੀਆਂ, ਉਹਨਾਂ ਦੇ ਅੰਦਰ ਟਿਕਾ ਨਹੀਂ ਹੈਗਾ, ਉਹ ਵਸ ਕੇ ਵੀ ਉੱਜੜ ਗਈਆਂ। ਜਿਨ੍ਹਾਂ ਦੇ ਅੰਦਰ ਤੂੰ ਆ, ਜਿਨ੍ਹਾਂ ਨੇ ਵਿਆਹ ਤੇਰੇ ਨਾਲ ਕਰਵਾਇਆ, ਉਹ ਉੱਜੜ ਕੇ ਵਸ ਗਈਆਂ ਨੇ। ਬਿਨਾਂ ਉੱਜੜੇ ਨਾਲੇ ਕਾਹਦਾ ਵਸਣਾ ਹੁੰਦਾ। ਜੇ ਆਪਾਂ ਸਿੱਧਾ ਹੀ ਵਸ ਜੀਏ, ਸਿੱਧਾ ਹੀ ਵਸ ਜੀਏ, ਫਿਰ ਆਨੰਦ ਨਹੀਂ ਆਉਂਦਾ। ਪਹਿਲਾਂ ਉੱਜੜਨਾ ਪੈਂਦਾ ਹੈ ਵਸਣ ਤੋਂ ਪਹਿਲਾਂ। ਥਮਤੇ ਥਮਤੇ ਥਮੇਂਗੇ ਆਂਸੂ, ਆਂਸੂ ਹੈ ਕੋਈ ਹਸੀ ਨਹੀਂ। ਮਸਕੀਨ ਸਾਹਿਬ ਜੀ ਕਿਹਾ ਕਰਦੇ ਹੁੰਦੇ ਸੀ, ਥਮਤੇ ਥਮਤੇ ਥਮੇਂਗੇ ਆਂਸੂ, ਆਂਸੂ ਹੈ ਜੇ ਹਸੀ ਨਹੀਂ। ਇਹ ਹਸੀ ਥੋੜੀ ਆ, ਹਾਸੀ ਥੋੜੀ ਆ ਜਿਹੜੀ ਇੱਕਦਮ ਰੁਕ ਜੂਗੀ। ਇਹ ਤਾਂ ਬਿਰਹਾ ਵਾ, ਬਿਰਹਾ। ਇਹ ਹੰਝੂ ਤੇਰੀ ਯਾਦ 'ਚ ਨਿਕਲਦੇ ਨੇ ਪਰਮਾਤਮਾ, ਵੀ ਤੂੰ ਮੈਥੋਂ ਵਿਛੜਿਆ ਹੋਇਆ। ਇਹ ਹੰਝੂ ਰੁਕਦਿਆਂ ਨਹੀਂ ਰੁਕਣਗੇ, ਹਾਸੀ ਥੋੜੀ ਆ ਇਹ। ਬੰਦਾ ਕੋਈ ਹੱਸ ਰਿਹਾ ਤੇ ਉਹਨੂੰ ਟੀਚਰ, ਅਧਿਆਪਕ ਹੁਣੇ ਰੋਕੇ ਤੇ ਰੁਕ ਜਾਏਗਾ। ਬੱਚਾ ਰੋ ਰਿਹਾ ਨਾ ਤੇ ਛੇਤੀ ਨਹੀਂ ਚੁੱਪ ਕਰੇਗਾ। ਥਮਤੇ ਥਮਤੇ ਥਮੇਂਗੇ ਆਂਸੂ, ਆਂਸੂ ਹੈ ਜੇ ਹਸੀ ਨਹੀਂ। ਤੁਹਾਡੇ ਅੰਦਰ ਬਿਰਹਾ ਦੀ ਸੱਲ ਹੋਣੀ ਜ਼ਰੂਰੀ ਆ। ਰੱਬ ਮਿਲੇ ਚਾਹੇ ਨਾ ਮਿਲੇ ਉਹ ਵੱਖਰੀ ਗੱਲ, ਉਹ ਤਾਂ ਗੁਰੂ ਦੀ ਕਿਰਪਾ, ਪਰ ਤੁਹਾਡੇ ਹੰਝੂ ਨਿਕਲਣੇ ਜ਼ਰੂਰੀ ਨੇ। ਮਾਇਆ ਦੀ ਖਾਤਰ ਨਹੀਂ, ਕਿਤੇ ਫੌਰਨ ਜਾਣ ਦੀ ਖਾਤਰ ਨਹੀਂ। ਹੰਝੂ ਤੁਹਾਡੇ ਡਿੱਗਣੇ ਚਾਹੀਦੇ ਨੇ ਜ਼ਮੀਨ ਤੇ ਪਰਮਾਤਮਾ ਦੀ ਖਾਤਰ। ਉਸ ਦਿਨ ਆਪਣੇ ਆਪ ਨੂੰ ਸਿੱਖ ਸਮਝਣਾ ਜਿਸ ਦਿਨ ਤੁਸੀਂ ਰੋਵੋ ਪਰਮਾਤਮਾ ਦੀ ਖਾਤਰ। ਬਹੁਤ ਵਾਰੀ ਤੁਸੀਂ ਅਲਾਣੀਆਂ ਦਾ ਪਾਠ ਸੁਣਿਆ ਹੋਣਾ, ਉਹ 'ਚ ਇੱਕ ਪੰਗਤੀ ਆਉਂਦੀ ਆ, ਤੁਸੀਂ ਰੋਵੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ। ਬਾਲੇਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਵਿਕਾਰੋ। ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੇ ਲਾਏ ਪਿਆਰੋ। ਕਹਿੰਦੇ ਉਹਦਾ ਰੋਣਾ ਹੀ ਸਫਲ ਜਾਣੋ ਜਿਹੜਾ ਰੱਬ ਦੀ ਖਾਤਰ ਰੋਂਦਾ। ਬਾਕੀ ਤਾਂ ਝੂਠ ਮੂਠ ਵੀ ਰੋਂਦੇ ਨੇ। ਤੁਸੀਂ ਦੇਖਿਓ ਲੋਕ, ਮਤਲਬ ਜਿਹਨੂੰ ਦੁੱਖ ਹੁੰਦਾ ਉਹਨੂੰ ਹੁੰਦਾ, ਇਹ ਨਹੀਂ ਕਹਿੰਦਾ। ਜਿਹੜੇ ਪਰਿਵਾਰ ਦਾ ਜੀ ਗਿਆ ਉਹਨੂੰ ਤਾਂ ਦੁੱਖ ਹੈਗਾ। ਦੂਜੇ ਲੋਕ ਬੜੇ ਮਖੌਟੇ ਲਾ ਕੇ ਰੋਂਦੇ ਨੇ। ਤੁਸੀਂ ਰੋਵੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ। ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੇ ਲਾਏ ਪਿਆਰੋ। ਇਨਸਾਨ ਦਾ ਰੋਣਾ ਉਸ ਦਿਨ ਸਫਲ ਸਮਝ ਲੈਣਾ ਜਿਸ ਦਿਨ ਪਰਮਾਤਮਾ ਦੀ ਯਾਦ ਵਿੱਚ ਹੰਝੂ ਡਿੱਗਣ ਤੁਹਾਡੇ। ਉਹ ਹੰਝੂ ਦੀ ਕੀਮਤ ਬੜੀ ਹੁੰਦੀ ਆ, ਥੋੜੀ ਕੀਮਤ ਨਹੀਂ ਹੁੰਦੀ ਉਹ ਹੰਝੂ ਦੀ। ਦੁਨੀਆ ਦੀ ਸਾਰੀ ਦੌਲਤ ਇੱਕ ਪੱਲੜੇ 'ਚ ਪਾ ਦਿਓ, ਆਪਣਾ ਇੱਕ ਹੰਝੂ ਦੂਜੇ ਪੱਲੜੇ 'ਚ ਪਾਓ, ਤੁਹਾਡੇ ਹੰਝੂ ਦੀ ਕੀਮਤ ਜ਼ਿਆਦਾ ਹੈ। ਉਹ ਹੰਝੂ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਡਿੱਗਿਆ। ਕਬੀਰ ਸਾਹਿਬ ਜੀ ਕਹਿ ਰਹੇ ਹਨ, ਦੁਲਹਾ ਦੁਲਹਨ ਮਿਲ ਗਏ, ਫਿੱਕੀ ਪੜੀ ਬਰਾਤ। ਜਦੋਂ ਮੈਂ ਰੱਬ ਨੂੰ ਮਿਲ ਗਿਆ ਤਾਂ ਬਰਾਤ ਫਿੱਕੀ ਪੈ ਗਈ। ਬਰਾਤ ਕਿਹਨੂੰ ਕਹਿ ਰਹੇ ਨੇ? ਸੰਸਾਰ ਨੂੰ। ਤਾਂ ਸਭ ਕੁਝ ਕਿਹਦਾ? ਪਰਮਾਤਮਾ ਦਾ। ਬੱਚਾ, ਇੱਥੋਂ ਆਪਾਂ ਚੱਲੇ ਸੀ, ਬੱਚਾ ਮਾਂ ਦੇ ਉਦਰ 'ਚ, ਨਿੱਕੇ ਨਿੱਕੇ ਅੰਗ ਉਹਦੇ ਬਣਦੇ ਨੇ, ਨਿੱਕੇ ਨਿੱਕੇ। ਕੌਣ ਬਣਾਉਂਦਾ? ਵਾਹਿਗੁਰੂ। ਦਿਲ ਧੜਕਦਾ, ਕੌਣ ਧੜਕਾਉਂਦਾ? ਮੈਂ ਤਾਂ ਨਹੀਂ ਧੜਕਾ ਰਿਹਾ। ਅਸੀਂ ਤਾਂ ਇੰਨੇ ਚਿੰਤਾ 'ਚ ਹਾਂ। ਮੈਂ ਇੱਕ ਪੁਸਤਕ ਪੜ੍ਹੀ ਸੀ, ਵਾਰ-ਵਾਰ ਉਹਦਾ ਜ਼ਿਕਰ ਕਰਦਾ ਵੀ ਤੁਸੀਂ ਉਹਨੂੰ ਲੈ ਕੇ ਖਰੀਦੋ, ਪੜ੍ਹੋ, ਮਾਲਾ ਬਣ ਕੇ। ਕਹਿੰਦੇ ਬੰਦਾ ਇੰਨਾ ਲਾਲਚੀ ਆ, ਇੰਨਾ ਲਾਲਚੀ ਆ। ਇਹ ਰੱਬ ਨੇ ਰਾਤ ਨਾ ਬਣਾਈ ਹੁੰਦੀ, ਇਹਨੇ ਕੰਮ ਕਰਦੇ ਨੇ ਮਰ ਜਾਣਾ ਸੀ। ਮਰਨਾ ਤਾਂ ਵੈਸੇ ਵੀ ਆ, ਉਹ ਲਾਲਚ ਦੀ ਗੱਲ ਕਰ ਰਹੇ ਨੇ ਜਿਹੜੇ ਲੇਖਕ ਨੇ। ਬੰਦਾ, ਇਨਸਾਨ ਇੰਨਾ ਜ਼ਿਆਦਾ ਲਾਲਚੀ ਆ, ਲੱਭ ਕੁੱਤਾ, ਕੂੜ ਚੂਹੜਾ, ਠੱਗ ਖਾਦਾ, ਮੁਰਦਾਰ, ਇਹਨੇ ਕੰਮ ਕਰਦੇ ਨੇ ਮਰ ਜਾਣਾ ਸੀ। ਇੰਨਾ ਲਾਲਚੀ ਆ। ਇਹ ਰਾਤ ਨਾ ਬਣਾਈ ਹੁੰਦੀ, ਰਾਤ ਬਣਾਈ ਉਹਨੇ ਆਰਾਮ ਕਰਨ ਲਈ। ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ। ਧਰਤੀ ਬਣਾਈ ਅਨਾਜ ਉਗਾਉਣ ਲਈ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ। ਹਵਾ ਬਣਾਈ ਸਾਹ ਲੈਣ ਲਈ, ਮੈਂ ਨਹੀਂ ਬਣਾਈ, ਤੂੰ ਬਣਾਈ ਆ।
ਫਿਰ ਤਰ੍ਹਾਂ ਤਰ੍ਹਾਂ ਦੇ ਫੁੱਲ ਬਣਾਏ ਸਾਡੇ ਦੇਖਣ ਲਈ, ਵੀ ਰੰਗੀਨ ਹੋਵੇ ਦੁਨੀਆ, ਬਲੈਕ ਐਂਡ ਵਾਈਟ ਨਾ ਹੋਵੇ, ਸੋਹਣੀ ਬਣਾਈ ਆ। ਕਿਹਦੇ ਲਈ? ਸਾਡੇ ਲਈ। ਅਸੀਂ ਬਣਾਈ ਨਹੀਂ, ਉਹਨੇ ਬਣਾਈ ਆ। ਕਿਉਂਕਿ ਅਸੀਂ ਤਾਂ ਬੂਟਾ ਲਾਉਂਦੇ ਆ, ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਮਸ਼ਕਾਂ ਪਾਵੇ। ਮਾਲੀ ਦਾ ਕੰਮ ਕੀ ਹੁੰਦਾ? ਬੂਟਾ ਲਾਉਣਾ ਤੇ ਉਹਨੂੰ ਪਾਣੀ ਪਾਉਣਾ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਉਹਨੂੰ ਫਲ ਲੱਗਣਾ ਕਿ ਨਹੀਂ ਲੱਗਣਾ, ਇਹ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਤੂੰ ਬਣਾਈਆਂ ਨੇ, ਅਸੀਂ ਤਾਂ ਨਹੀਂ ਬਣਾਈਆਂ। ਕਾ ਕੋ ਧਰਾਓ ਕਾ ਸਿਉ ਬਲਵੰਚਾ, ਜੈ ਜੈ ਪੇਖੋ ਤੈ ਤੈ ਨੇਰਾ। ਦਰਾਓ ਦੇ ਅਰਥ ਨੇ ਓਲਾ, ਬਲਵੰਚਾ ਦੇ ਅਰਥ ਨੇ ਲੜਨਾ, ਝਗੜਨਾ। ਜੇ ਇਹ ਪੰਕਤੀ ਨੂੰ ਆਪਾਂ ਬਹੁਤ ਧਿਆਨ ਨਾਲ ਸੁਣੀਏ ਜਾਂ ਅਮਲ ਕਰੀਏ ਨਾ, ਫਿਰ ਬੰਦਾ ਲੜੇਗਾ ਨਹੀਂ ਕਿਸੇ ਨਾਲ। ਕਹਿੰਦੇ ਮੈਂ ਕੀ ਤੋਂ ਓਲਾ ਕਰਾਂ? ਕਾ ਕੋ ਦਰਾਓ, ਦਰਾਓ ਆ ਓਲਾ, ਕਾ ਸਿਉ ਬਲਵੰਚਾ, ਬਲਵੰਚਾ ਝਗੜਾ, ਲੜਾਈ, ਕਲੇਸ਼ ਉਹਨੂੰ ਕਹਿੰਦੇ ਨੇ। ਕਿਹਦੇ ਨਾਲ ਮੈਂ ਕਲੇਸ਼ ਕਰਾਂ? ਕਿਉਂਕਿ ਸਾਰਿਆਂ ਦੇ ਅੰਦਰ ਤੂੰ ਆ। ਜੈ ਜੈ ਪੇਖੋਂ ਤੈ ਤੈ ਨੇਰਾ, ਮੈਂ ਜਿਹਦੇ ਵੱਲ ਵੀ ਤੱਕਦਾ ਮੈਨੂੰ ਤੂੰ ਨਜ਼ਰ ਆਉਣਾ ਹੈ। ਕੀ ਤੋਂ ਮੈਂ ਓਲਾ ਕਰਾਂ? ਕਿਹਦੇ ਨਾਲ ਮੈਂ ਲੜਾਂ? ਜਿਹਦੇ ਵੱਲ ਵੀ ਤੱਕਦਾ ਤੇਰਾ ਹੀ ਰੂਪ ਮੈਨੂੰ ਨਜ਼ਰ ਆਉਂਦਾ ਹੈ। ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਗੁਰੂ ਨਾਨਕ ਨੂੰ ਮਿਲ ਕੇ ਇਹ ਚੀਜ਼ ਸਮਝ ਆਉਂਦੀ ਆ, ਬੂੰਦ ਸਾਗਰ ਤੋਂ ਵੱਖ ਨਹੀਂ ਹੁੰਦੀ। ਬੂੰਦ ਸਾਗਰ ਦਾ ਰੂਪ ਹੀ ਹੁੰਦੀ ਆ, ਉਹਦਾ ਇੱਕ ਕਿਣ ਹੁੰਦੀ ਆ, ਉਹਦਾ ਇੱਕ ਵਜੂਦ ਹੁੰਦੀ ਆ। ਸਾਗਰ, ਬੂੰਦ, ਬੂੰਦ ਸਾਗਰ, ਬੂੰਦ ਬੂੰਦ ਮਿਲ ਕੇ ਸਾਗਰ ਬਣਦਾ। ਸਾਗਰ ਤੋਂ ਵੱਖ ਹੋ ਕੇ ਬੂੰਦ ਬੂੰਦ ਬਣ ਜਾਂਦੀ ਹੈ, ਇੰਨਾ ਕੁ ਫਰਕ ਆ। ਉਹ ਕਹਿ ਰਹੇ ਨੇ ਦਰਅਸਲ ਇਹ ਕਹਿਣਾ ਚਾਹੁੰਦੇ ਗੁਰੂ ਅਰਜਨ ਦੇਵ ਜੀ, ਆ ਜਿਹੜੀ ਚਾਰੇ ਪਾਸੇ ਰੌਲਾ ਰੱਪਾ ਹੈ ਇਹ ਤੇਰਾ ਹੀ ਆ। ਜਿੰਨੇ ਲੋਕ ਨੇ ਤੇਰੇ ਹੀ ਨੇ, ਜਿੰਨੇ ਅਮੀਰ ਨੇ ਇਹ ਵੀ ਤੇਰੇ ਨੇ। ਇੱਕ ਦਾਤੇ, ਇੱਕ ਭਿਖਾਰੀ, ਜਿੰਨੇ ਮੰਗਤੇ ਨੇ ਇਹ ਵੀ ਤੇਰੇ ਹੀ ਨੇ। ਇੱਕ ਦਾਤੇ, ਇੱਕ ਭਿਖਾਰੀ ਜੀ, ਸਭ ਤੇਰੇ। ਚੋਜ ਵਡਾਉਣਾ, ਇਹ ਤੇਰੇ ਤਮਾਸ਼ੇ ਨੇ। ਚੋਜ ਦੇ ਅਰਥ ਹੁੰਦੇ ਤਮਾਸ਼ਾ, ਖੇਡ। ਜਿਵੇਂ ਬਾਜੀਗਰ ਦੀ ਬਾਜੀ ਹੁੰਦੀ ਹੈ, ਇਹ ਤੇਰੀ ਬਾਜੀ ਪਾਈ ਹੋਈ ਆ। ਕੱਲਾ ਕੱਲਾ ਜੀਵ ਇਹ ਬੂੰਦ ਆ, ਤੇ ਬੂੰਦ ਸਾਗਰ ਤੋਂ ਵੱਖ ਨਹੀਂ ਹੁੰਦੀ, ਇਹ ਤੇਰੇ ਹੀ ਨੇ। ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਇੱਦਾਂ ਗੁਰੂ ਸਾਨੂੰ ਸਮਝਾਉਂਦਾ ਵੀ ਮੈਂ ਨਹੀਂ, ਮੈਂ ਕੁਝ ਵੀ ਨਹੀਂ ਆ, ਸਭ ਤੇਰੇ ਹੀ ਆ। ਕਿਉਂਕਿ ਅੱਖਾਂ ਨੈਣ ਨਕਸ਼ ਤੇਰੇ ਬਣਾਏ ਹੋਏ ਨੇ। ਮੈਂ ਕਿਹੜੇ ਘਰੇ ਜਾਣਾ ਇਹ ਤੂੰ ਮੈਨੂੰ ਭੇਜਿਆ ਸੀ, ਮੈਂ ਨਹੀਂ ਚੁਣਿਆ। ਹਵਾ ਮੇਰੇ ਸਾਹ ਲੈਣ ਲਈ ਤੂੰ ਬਣਾਈ ਆ, ਧਰਤੀ ਮੇਰੇ ਰਹਿਣ ਲਈ ਤੂੰ ਬਣਾਈ ਆ, ਅਸਮਾਨ ਤੂੰ ਬਣਾਇਆ। ਤੇ ਅਸੀਂ ਕੁਝ ਲਾਉਂਦੇ ਆ, ਉਗਾਉਂਦੇ ਆ, ਤੇਰੀ ਕਿਰਪਾ ਨਾਲ ਉਹ ਵਾਤਾਵਰਨ ਪੈਦਾ ਹੁੰਦਾ ਜਿਹਦੇ ਨਾਲ ਫੁੱਲ ਲੱਗਦੇ ਨੇ ਬੂਟਿਆਂ ਨੂੰ ਤੇ ਫਲ ਲੱਗਦੇ ਨੇ। ਰੁੱਤਾਂ ਤੇਰੀਆਂ ਬਣਾਈਆਂ ਨੇ, ਗਰਮੀ ਵੀ ਜ਼ਰੂਰੀ ਆ ਪੱਕਣ ਵਾਸਤੇ, ਸਰਦੀ ਵੀ ਜ਼ਰੂਰੀ ਆ, ਰੁੱਤਾਂ ਵੀ ਤੂੰ ਬਣਾਈਆਂ ਨੇ। ਇੰਨਾ ਕੁਝ ਤੂੰ ਕੀਤਾ ਤੇ ਕਹਿਣਾ ਪਊਗਾ ਸਭ ਤੇਰਾ ਹੀ ਆ, ਸਭ ਤੇਰਾ ਹੀ ਆ। ਪਰ ਉਹ ਬੰਦਾ ਗੁਰੂ ਤੋਂ ਕੁਝ ਨਹੀਂ ਲੈ ਪਾਵੇਗਾ ਜਿਹੜਾ ਨਾ ਸਮਝ ਹੁੰਦਾ। ਮੌਤ ਤਾਂ ਤੁਹਾਨੂੰ ਬਾਅਦ ਚ ਮਾਰਦੀ ਆ, ਤੁਹਾਡੀ ਨਾ ਸਮਝੀ ਬਹੁਤ ਪਹਿਲਾਂ ਤੁਹਾਨੂੰ ਮਾਰ ਦਿੰਦੀ ਆ। ਇੱਕ ਸਾਖੀ ਆਉਂਦੀ ਆ ਇਹਨੂੰ ਲੈ ਕੇ, ਬੜੀ ਸੁੰਦਰ ਹੈ। ਇੱਕ ਨੌਜਵਾਨ ਸੀ ਤੇ ਉਹਨੂੰ ਜ਼ਿੰਦਗੀ ਜਿਉਣ ਦਾ ਢੰਗ ਨਹੀਂ ਸੀ ਆਉਂਦਾ, ਸਮਝ ਨਹੀਂ ਸੀ ਹੁੰਦੀ ਵੀ ਕੀ ਕਰਾਂ, ਕਿੱਧਰ ਨੂੰ ਜਾਵਾਂ। ਕਿਵੇਂ ਬਹੁਤੇ ਲੋਕ ਇੱਦਾਂ ਨੇ, ਨਾ ਸਮਝੀ 'ਚ ਜ਼ਿੰਦਗੀ ਕੱਢ ਦਿੰਦੇ ਨੇ, ਸਭ ਕੁਝ ਹੁੰਦਾ ਉਹਨਾਂ ਕੋਲੇ। ਇੱਕ ਦਿਨ ਇੱਕ ਸਾਧੂ ਆਏ ਇਹਨਾਂ ਦੇ ਪਾਸ ਘਰ ਦੇ ਵਿੱਚ। ਉਸ ਦਿਨ ਇਹਨੇ ਉਹਨਾਂ ਦੀ ਆਓ ਭਗਤ ਕੀਤੀ, ਸੇਵਾ ਕੀਤੀ, ਬੜੀ ਪਾਣੀ ਪਿਲਾਇਆ। ਸਾਧੂ ਇਹਨਾਂ ਤੇ ਖੁਸ਼ ਹੋਏ। ਉਹਨਾਂ ਆਖਿਆ ਮੈਂ ਤੈਨੂੰ ਪਾਰਸ ਦਿੰਦਾ ਹਾਂ, ਜੇ ਤੂੰ ਇਹਨੂੰ ਲੋਹੇ ਨਾਲ ਸੁਹਾਏਗਾ ਉਹ ਸੋਨਾ ਬਣ ਜਾਏਗਾ। ਇਹ ਇਹੋ ਜਿਹੀ ਚੀਜ਼ ਆ, 7 ਦਿਨਾਂ ਵਾਸਤੇ ਹੀ ਦਊਂਗਾ, 8ਵੇਂ ਦਿਨ ਆ ਕੇ ਮੈਂ ਵਾਪਸ ਲੈ ਜਾਊਂਗਾ। 7 ਦਿਨਾਂ ਵਾਸਤੇ ਮੈਂ ਤੈਨੂੰ ਦੇ ਰਿਹਾ,
8ਵੇਂ ਦਿਨ ਮੈਂ ਆਉਣਾ ਤੇ ਵਾਪਸ ਲੈ ਜਾਣਾ। 7 ਦਿਨਾਂ 'ਚ ਜੋ ਸੋਨਾ ਬਣਾਉਣਾ ਬਣਾ ਲਾ। ਇਹ ਇਹੋ ਜਿਹਾ ਸੀ ਇਹਦਾ ਸੁਭਾਅ। ਇਹ ਲੱਗੂਗਾ ਵੀ ਇਹਦੀ ਕਹਾਣੀ ਆ, ਪਰ ਇਹ ਆਪਣੀ ਕਹਾਣੀ ਆ। ਦੇਖਣ ਨੂੰ ਤੁਹਾਨੂੰ ਸੁਣਨ ਨੂੰ ਲੱਗੂ ਵੀ ਇਹ ਬੰਦੇ ਦੀ, ਨੌਜਵਾਨ ਦੀ ਕਹਾਣੀ ਆ, ਪਰ ਹੈ ਆਪਣੀ, ਸਭ ਦੀ, ਤੁਹਾਡੀ, ਮੇਰੀ। ਇਹਨੇ ਕੀ ਕੀਤਾ ਕਿ ਘਰ ਦੇ ਵਿੱਚ ਦੇਖਿਆ ਲੋਹੇ ਦਾ ਇਹਨੂੰ ਛੋਟਾ ਜਿਹਾ ਟੁਕੜਾ ਮਿਲਿਆ। ਹੈ ਨਹੀਂ ਸੀ ਲੋਹਾ ਇਹਦੇ ਘਰੇ। ਉਹ ਛੋਟਾ ਜਿਹਾ ਟੁਕੜਾ ਤਾਂ ਇਹਨੇ ਬਣਾ ਲਿਆ ਸੋਨੇ ਦਾ। ਬਾਜ਼ਾਰ ਗਿਆ, ਪੁੱਛਿਆ ਲੋਹੇ ਦਾ ਰੇਟ ਕੀ ਆ, ਭਾਅ ਕੀ ਆ। ਉਹਨਾਂ ਦੱਸਿਆ ਇੰਨੇ ਰੁਪਏ ਆ। ਕਹਿੰਦਾ ਮਹਿੰਗਾ। ਮੁੜਿਆ ਆ। ਕੱਲ ਨੂੰ ਚੱਲਾਂਗੇ। ਕਹਿੰਦਾ 1 ਦਿਨ ਬੀਤ ਗਿਆ। ਕਹਿੰਦਾ ਕੱਲ ਨੂੰ ਪੁੱਛਾਂਗੇ ਰੇਟ ਜਾ ਕੇ, ਕੱਲ ਨੂੰ ਸਸਤਾ ਹੋ ਜੂ ਸ਼ਾਇਦ। ਅਗਲੇ ਦਿਨ ਉਹਦਾ ਰੇਟ ਹੋਰ ਚੜ ਗਿਆ। ਕਹਿੰਦਾ ਇਹ ਤਾਂ ਹੋਰ ਮਹਿੰਗਾ ਹੋ ਗਿਆ। ਕੀ ਪਤਾ ਕੱਲ ਨੂੰ ਹੋਰ ਸਸਤਾ ਹੋ ਜੇ। ਤੀਜਾ ਦਿਨ ਆ ਗਿਆ। ਇਵੇਂ ਜਾਂਦਾ ਸੀ ਮੁੜ ਆਉਂਦਾ ਸੀ, ਜਾਂਦਾ ਸੀ ਮੁੜ ਆਉਂਦਾ ਸੀ। ਪਾਰਸ ਦੀ ਵੱਟੀ ਘਰੇ ਪਈ ਆ 7 ਦਿਨਾਂ ਵਾਸਤੇ। ਇਹਨੇ ਲੋਹਾ ਖਰੀਦਿਆ ਹੀ ਨਹੀਂ। ਕਹਿੰਦਾ ਮਹਿੰਗਾ। ਸਾਧੂ ਜਨ ਆਏ, ਫਿਰ ਉਹ 8ਵੇਂ ਦਿਨ ਆਏ ਆਪਦੇ ਕੀਤੇ ਵਾਅਦੇ ਦੇ ਮੁਤਾਬਕ। ਪੁੱਛਿਆ, ਕਹਿੰਦੇ ਲਿਆ ਉਹ ਵੱਟੀ ਮੈਨੂੰ ਦੇ ਦੇ ਹੁਣ। ਕਹਿੰਦੇ ਹੁਣ ਤਾਂ ਤੂੰ ਬਹੁਤ ਕੁਝ ਬਣਾ ਲਿਆ ਹੋਣਾ। ਕਹਿੰਦਾ ਜੀ ਕਿੱਥੇ, ਲੋਹੇ ਦਾ ਰੇਟ ਹੀ ਨਹੀਂ ਘਟਿਆ, ਲੋਹੇ ਦਾ ਰੇਟ ਹੀ ਨਹੀਂ ਡਿੱਗਿਆ। ਮੈਂ ਤਾਂ ਉਹ ਖਰੀਦਦਾ ਸੀ, ਚਾਹੁੰਦਾ ਸੀ, ਪਰ ਮੈਂ ਖਰੀਦਿਆ ਹੀ ਨਹੀਂ, ਕੁਝ ਨਹੀਂ ਬਣਿਆ ਮੈਥੋਂ। ਮਹਾਂਪੁਰਸ਼ਾਂ ਨੇ ਫਿਰ ਉਹਦਾ ਮੋਰਲ ਕੱਢਿਆ, ਸਿੱਟਾ ਕੱਢਿਆ ਇਸ ਸਾਖੀ ਦਾ। ਕਹਿੰਦੇ ਬੰਦਾ ਵੀ ਐਵੇਂ ਕਰਦਾ। ਗੁਰੂ ਮਹਾਰਾਜ ਉਹਨੂੰ ਬਹੁਤ ਕੁਝ ਦਿੰਦੇ ਨੇ ਵੀ ਤੂੰ ਆਹ ਗੁਰਬਾਣੀ ਤੇਰੇ ਲਈ ਪਾਰਸ ਸੀ। ਆਪਾਂ ਹੁਣ ਕਿਤੋਂ ਹੋਰ ਪਾਰਸ ਨਹੀਂ ਲੱਭਣ ਜਾਣਾ। ਆਪਦੀ ਜ਼ਿੰਦਗੀ ਨੂੰ ਸੋਨਾ ਬਣਾਉਣਾ ਤੁਸੀਂ। ਗੁਰਬਾਣੀ ਪਾਰਸ ਹੀ ਆ। ਆਪਾਂ ਕਹਿੰਦੇ ਆ ਵੀ ਇਹਨੂੰ ਕੱਲ ਨੂੰ ਘਸਾਵਾਂਗੇ ਮਨ ਨਾਲ। ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਬੜਨ ਤੋਂ ਜਾਏ। ਆਪਾਂ ਕਹਿੰਦੇ ਕੱਲ ਨੂੰ ਸਹੀ। ਫਿਰ ਆਪਾਂ ਕਹਿੰਦੇ ਵੀ ਅੱਜ ਹੋਰ ਕੰਮ ਨੇ, ਉਹ ਕਰਨੇ ਨੇ ਪਰਸੋਂ ਨੂੰ ਸਹੀ, ਚੌਥੇ ਨੂੰ ਸਹੀ। ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ। ਕਬੀਰ ਪਾਛੈ ਕਛੂ ਨ ਹੋਏਗਾ, ਜੋ ਸਿਰ ਪਰ ਆਵੇ ਕਾਲ। ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। ਪਲ ਮੈਂ ਪਰਲੇ ਹੋਏਗੀ, ਬਹੁਰ ਕਰੇਗਾ ਕਬ। ਕੀ ਪਤਾ ਕੱਲ ਤੇਰੀ ਜ਼ਿੰਦਗੀ ਵਿੱਚ ਹੋਵੇ ਜਾਂ ਨਾ ਹੋਵੇ। ਇੱਕ ਮੈਂ ਹੋਰ ਕਹਾਣੀ ਪੜ੍ਹੀ ਸੀ, ਬੜੀ ਸੁੰਦਰ ਹੈ। ਯੁਧਿਸ਼ਟਰ ਸੀ, ਯੁਧਿਸ਼ਟਰ। ਉਹਨਾਂ ਦੇ ਘਰ ਵਿੱਚ ਇੱਕ ਮੰਗਤਾ ਆਉਂਦਾ ਮੰਗਣ ਵਾਸਤੇ। ਹੋਰ ਸਮਝ ਆ ਜੂਗੀ ਤੁਹਾਨੂੰ ਇਵੇਂ। ਉਹ ਕਹਿੰਦਾ ਜੀ ਖੈਰ ਪਾਓ। ਯੁਧਿਸ਼ਟਰ ਉਹਨੂੰ ਕਹਿੰਦਾ ਤੂੰ ਇਉਂ ਕਰੀ, ਕੱਲ ਨੂੰ ਸ਼ਾਮ ਨੂੰ ਆਈ, ਮੈਂ ਅੱਜ ਵਿਹਲਾ ਨਹੀਂ। ਤਾਂ ਉਦੋਂ ਫਿਰ ਕੀ ਕੀਤਾ ਸੀ, ਭੀਮ ਨੇ ਗਲ ਵਿੱਚ ਢੋਲ ਪਾ ਕੇ ਵਜਾਉਣਾ ਸ਼ੁਰੂ ਕੀਤਾ। ਉੱਚੀ ਉੱਚੀ ਆਵਾਜ਼ ਦਿੱਤੀ ਢੋਲ ਦੀ। ਲੋਕ ਪੁੱਛਣ ਕੀ ਹੋ ਗਿਆ। ਕਹਿੰਦੇ ਮੇਰੇ ਭਰਾ ਨੇ, ਯੁਧਿਸ਼ਟਰ ਨੇ ਕਾਲ ਤੇ ਜਿੱਤ ਪਾ ਲਈ ਆ, ਮੌਤ ਤੇ ਫਤਿਹ ਪਾ ਲਈ ਆ। ਉਹ ਕਹਿੰਦੇ ਕਿਵੇਂ? ਕਹਿੰਦੇ ਅੱਜ ਘਰ ਵਿੱਚ ਇੱਕ ਮੰਗਤਾ ਆਇਆ ਸੀ, ਇਹਨੇ ਉਹਨੂੰ ਮੋੜਤਾ। ਇਹ ਸਮਝਾਉਣ ਲਈ ਆ ਚੀਜ਼ਾਂ ਸਾਰੀਆਂ। ਉਹਨੂੰ ਮੋੜਤਾ। ਉਹਨੂੰ ਕਹਿੰਦਾ ਤੂੰ ਕੱਲ ਨੂੰ ਆਈ। ਕਿ ਇਹਨੂੰ ਪਤਾ ਵੀ ਕੱਲ ਨੂੰ ਇਹ ਜਾਗੇਗਾ। ਇੱਕ ਮੰਗਤੇ ਨੂੰ ਖੈਰ ਨਹੀਂ ਪਾਈ, ਮੋੜਤਾ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹਨੂੰ ਮੋੜ ਦਿੱਤਾ ਵੀ ਕੱਲ ਨੂੰ ਆਈ, ਕੱਲ ਨੂੰ ਖੈਰ ਪਾਊਂ। ਕਿ ਵਾਕਈ ਇਹਨੂੰ ਯਕੀਨ ਆ ਵੀ ਕੱਲ ਨੂੰ ਉੱਠੂਗਾ ਇਹ। ਕਿਉਂ ਬੰਦੇ ਦਾ ਪਤਾ ਨਹੀਂ ਨਾ, ਬੰਦੇ ਦਾ ਪਤਾ ਨਹੀਂ ਵੀ ਅੱਖ ਖੁੱਲਣੀ ਆ ਕਿ ਨਹੀਂ। ਇਹਨੇ ਮੌਤ ਤੇ ਫਤਿਹ ਪਾ ਲਈ ਆ, ਮੈਂ ਤਾਂ ਢੋਲ ਵਜਾਉਣਾ। ਇੱਦਾਂ ਫਿਰ ਕੱਲ ਦਾ ਪਤਾ ਨਹੀਂ ਹੁੰਦਾ। ਜਿਨ੍ਹਾਂ ਨੂੰ ਇਹ ਚੀਜ਼ ਮਹਿਸੂਸ ਹੋ ਜਾਂਦੀ ਹੈ ਵੀ ਕੱਲ ਕੀ ਪਤਾ ਹੋਣਾ ਨਹੀਂ ਹੋਣਾ, ਉਹ ਬੰਦੇ ਬਦਲਦੇ ਨੇ। ਜਿਨ੍ਹਾਂ ਨੂੰ ਇਉਂ ਆ ਮੈਂ ਕੱਲ ਨੂੰ ਵੀ ਜਿਉਣੂ, ਪਰਸੋਂ ਨੂੰ ਵੀ ਜਿਉਣੂ, ਹਜੇ ਜ਼ਿੰਦਗੀ ਪਈ ਆ, ਕੱਲ ਨੂੰ ਜਿਉਣਾ ਸ਼ੁਰੂ ਕਰਾਂਗੇ, ਪਰਸੋਂ ਨੂੰ ਜ਼ਿੰਦਗੀ ਜਿਉਵਾਂਗੇ, ਉਹ ਬੰਦੇ ਨਹੀਂ ਕਦੇ ਬਦਲਦੇ ਹੁੰਦੇ। ਬਦਲੋਗੇ ਅੱਜ ਦੇ ਵਿੱਚ। ਜਿਸ ਦਿਨ ਬਦਲੋਗੇ ਕਹੋਗੇ ਮੈਂ ਅੱਜ ਬਦਲਣਾ, ਉਹੀ ਕੰਮ ਕਰੋਗੇ ਕਹੋਗੇ ਮੈਂ ਅੱਜ ਕਰਨਾ। ਉਹ ਬੰਦੇ ਹੀ ਕੁਝ ਬਣਦੇ ਨੇ ਜਿਹੜੇ ਅੱਜ ਨੂੰ ਫੜਦੇ ਨੇ, ਜਿਹੜੇ ਕੱਲ ਤੇ ਛੱਡਦੇ ਨੇ। ਕਬੀਰ ਸਾਹਿਬ ਨੂੰ ਤੁਸੀਂ ਸੁਣ ਹੀ ਲਿਆ, ਟਾਲੇ ਟੋਲੇ ਦਿਨ ਗਿਆ। ਉਹ ਟਾਲ ਮਟੋਲਿਆਂ 'ਚ ਲਗਾਉਂਦੇ ਨੇ। ਉਹ ਜ਼ਿੰਦਗੀ ਕੱਟਦੇ ਨੇ, ਜਿਉਂਦੇ ਨਹੀਂ। ਅਸਾਂ ਜ਼ਿੰਦਗੀ ਜਿਉਣੀ ਆ। ਗੁਰਸਿੱਖ ਪਿਆਰਿਓ, ਇਹੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ। ਕਹਿੰਦੇ ਨੇ ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਮੈਂ ਕੁਝ ਨਹੀਂ ਆ ਜੋ ਹੈ ਸਭ ਤੇਰਾ ਹੀ ਆ। ਕਿਉਂਕਿ ਅੱਖਾਂ, ਨੈਣ, ਨਕਸ਼, ਸਰੀਰ ਤੂੰ ਬਣਾਇਆ। ਹਵਾ ਵਗ ਰਹੀ ਆ ਤੂੰ ਬਣਾਈ ਆ। ਫੁੱਲ ਖਿੜ ਰਹੇ ਨੇ ਤੂੰ ਖਿਡਾ ਰਿਹਾ।
रंग बरंगियां चिड़ियां बन रही ने, पंछी आ रहे ने जा रहे ने, तू बनाए ने। समुंदर आ पहाड़ आ, इन्नी चित्रकारी कीती आ तेरी बनाई आ। जेड़े घरे भेज दिता उस घरे आ गए आ। आवाज दिती भी चल ते आ गए आ। सद्दा आऊगा ते चले जावांगे, सब तेरा ही आ। सद्दा आउणा सद्दा जाना, सद्दे तो धरती ते आउणा, सद्दे तो फिर वापस मुड़ जाना, ये तेरा ही आ सब। ਇਹਦੇ ਵਿੱਚ ਜੋ ਹੋ ਰਿਹਾ ਉਹ ਹੁਕਮ ਹੈ, ਇਹਨੂੰ ਆਪਾਂ ਪ੍ਰਵਾਨ ਕਰੀਏ, ਇਹਦੇ ਵਿੱਚ ਰਹਿਣਾ ਸਿੱਖੀਏ। ਇਹੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦੱਸੇ ਹਨ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਅਰਜਨ ਦੇਵ ਜੀ ਦੀ ਸ਼ਾਨ ਬਹੁਤ ਜ਼ਿਆਦਾ ਉੱਚੀ ਹੈ। ਬੋਲਦਿਆਂ ਇੱਕ ਹੀ ਨਹੀਂ, ਬਹੁਤ ਬਹੁਤ ਭੁੱਲਾਂ ਹੋ ਜਾਂਦੀਆਂ ਹਨ। ਸੰਗਤ ਦੀ ਸ਼ਾਨ ਬੜੀ ਨਿਰਾਲੀ ਹੈ। ਅੱਗੇ ਵਾਸਤੇ ਅਸੀਸ ਬਖਸ਼ੋ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ। ਆਓ ਹੁਣ ਆਪਾਂ ਰਲ ਕੇ ਪਿਆਰ ਸਹਿਤ ਆਪਾਂ ਵੀ ਵਾਹਿਗੁਰੂ ਕਹਿ ਲਈਏ। ਕੀ ਪਤਾ ਸਾਡਾ ਕਿਹਾ ਹੋਇਆ ਉਸ ਮਾਲਕ ਨੂੰ ਮਨਜ਼ੂਰ ਹੋ ਜਾਵੇ ਜੀ।